ਮਜ਼ਬੂਤ ਵਿਚਾਰ ਕਦੇ ਵੀ ਖਤਮ ਨਹੀਂ ਹੁੰਦੇ। ਉਹ ਅਚੇਤਨ ਬ੍ਰਹਿਮੰਡ ਵਿੱਚ ਮੌਜੂਦ ਰਹਿੰਦੇ ਹਨ। ਜੀਵਾਂ ਵਾਂਗ ਵਿਚਾਰ ਵੀ ਆਪਣੀ ਵੰਸ਼ ਪਰੰਪਰਾ ਵਿੱਚ ਹੀ ਜਿਉਂ ਦੇ ਤਿਉਂ ਨਾ ਬਣੇ ਰਹਿ ਕੇ ਆਪਣੇ ਵਿਕਾਸ ਦੇ ਲਈ ਨਿਰੰਤਰ ਉਤਸੁਕ ਰਹਿੰਦੇ ਹਨ। ਇੱਕੋ ਜਿਹੇ ਵਿਚਾਰ ਆਪਸ ਵਿੱਚ ਮਿਲਦੇ ਹਨ, ਅਨੁਕੂਲ ਨੂੰ ਚੁਣਦੇ ਹਨ ਅਤੇ ਸੰਘਣੇ ਹੁੰਦੇ ਰਹਿੰਦੇ ਹਨ। ਚਾਂਸ ਐਂਡ ਨੈਸੈਸਿਟੀ ਆਨਵਿਕ ਜੀਵ ਵਿਗਿਆਨੀ ਜੈਥਿਸ ਮੋਨਾਡ। ਪੁਸਤਕ ਦਾ ਨਾਮ ਇਹ ਸ੍ਰਿਸ਼ਟੀ ਨਾ ਅਨਕੜ ਹੈ ਨਾ ਅਨਿਯੰਤਰਿਤ। ਪੁਸਤਕ ਦੀ ਜਾਣਕਾਰੀ। ਭਾਰਤੀ ਦਰਸ਼ਨ ਦੀ ਮਾਨਤਾ ਚੇਤਨਾ ਨੂੰ ਮੂਲ ਮੰਨ ਕੇ ਜਿਉਂ ਦੀ ਤਿਉਂ ਹੈ। ਸ਼ੁਰੂ ਵਿੱਚ ਇੱਕ ਹੀ ਤੱਤ ਪਰਮਾਤਮਾ ਪਿੰਡ ਰੂਪ ਵਿੱਚ ਸੀ। ਉਸਦੀ ਨਾਭੀ ਦੇਸ਼ ਤੋਂ ਏਕੋਹਮ ਬਹੁਯਾਮੀ, ਇਸ ਤੋਂ ਉਹ ਫਟ ਗਿਆ ਅਤੇ ਮਹਾਪ੍ਰਕਿਰਤੀ ਦੀ ਰਚਨਾ ਹੋਈ। ਜਿਸ ਤਰ੍ਹਾਂ ਬ੍ਰਹਮਾਂਡ ਵਿਕਸਿਤ ਹੋ ਰਿਹਾ ਹੈ, ਕਈ ਤਰ੍ਹਾਂ ਦੀ ਸ੍ਰਿਸ਼ਟੀ ਦਾ ਵਿਕਾਸ ਵੀ ਹੁੰਦਾ ਜਾ ਰਿਹਾ ਹੈ। ਇਹ ਸਭ ਬਹੁਤ ਦਿਆਲੂ, ਪ੍ਰੇਮਪੂਰਨ, ਮਾਂ ਵਾਂਗ ਢੰਗ ਤੋਂ ਚੱਲ ਰਿਹਾ ਹੈ। ਭੌਤਿਕ ਜਾਂ ਅਧਿਆਤਮਿਕ ਦੋਨਾਂ ਹੀ ਦ੍ਰਿਸ਼ਟੀ ਤੋਂ ਆਕਾਸ਼ ਗੰਗਾ ਵਿਸ਼ਾਲ ਮਾਤਾ ਦਾ ਦਿਲ ਕਿਹਾ ਜਾ ਸਕਦਾ ਹੈ। ਤੱਤ ਦ੍ਰਿਸ਼ਟੀ ਦੱਸਦੀ ਹੈ ਕਿ ਇੱਥੇ ਸਭ ਕੁਝ ਜੰਮਦਾ, ਵੱਧਦਾ ਅਤੇ ਮਰਦਾ ਹੈ। ਬ੍ਰਹਮਾਂਡ ਵੀ। ਜੇਕਰ ਮਨੁੱਖ ਇਸ ਸੱਚਾਈ ਨੂੰ ਸਮਝੇ ਤਾਂ ਉਸਨੂੰ ਆਪਣੀ ਮ੍ਰਿਤਿੂ ਯਾਦ ਰਹੇ, ਨਾਲ ਹੀ ਇਹ ਸੋਚਣ ਦਾ ਮੌਕਾ ਵੀ ਮਿਲੇ ਕਿ ਇਸ ਬੇਸ਼ਕੀਮਤੀ ਮਨੁੱਖੀ ਜੀਵਨ ਦਾ ਸਭ ਤੋਂ ਸ੍ਰੇਸ਼ਟ ਉਪਯੋਗ ਕੀ ਅਤੇ ਕਿਵੇਂ ਹੋਣਾ ਚਾਹੀਦਾ ਹੈ। ਸਿਰਜਣਹਾਰ ਦੀ ਇਹ ਬਾਲ ਖੇਡ ਕਿੰਨੀ ਅਦਭੁਤ ਹੈ, ਜਿਸ ਵਿੱਚ ਰਹਿ ਕੇ ਉਹ ਸਵਾਦ ਲੈਂਦਾ ਹੈ, ਖੁਦ ਖੁਸ਼ੀ ਮਨਾਉਂਦਾ ਹੈ ਅਤੇ ਦੂਜਿਆਂ ਨੂੰ ਹਸਾਉਂਦਾ, ਰੋਣ ਦਾ ਖੱਟਾ ਮਿੱਠਾ ਸਵਾਦ ਲੈਂਦਾ ਹੈ। ਪੁਸਤਕ ਦੇ ਕੁਝ ਪ੍ਰਸ਼ਨ। ਸਵਰਗ ਕਿੱਥੇ ਹੈ? ਪਰਮਾਤਮਾ ਕਿੱਥੇ ਰਹਿੰਦਾ ਹੈ? ਇਹ ਵਿਸ਼ਵ ਬ੍ਰਹਮਾਂਡ ਕਿਵੇਂ ਬਣਿਆ? ਜਦੋਂ ਇਹ ਬ੍ਰਹਮਾਂਡ ਨਹੀਂ ਬਣਿਆ ਸੀ ਉਦੋਂ ਕੀ ਹਾਲਾਤ ਸਨ? ਕੀ ਜੀਵਾਂ ਵਾਂਗ ਇਹ ਬ੍ਰਹਮਾਂਡ ਵੀ ਜੰਮਦਾ, ਵੱਧਦਾ ਅਤੇ ਮਰਦਾ ਹੈ? ਅਨੰਤ ਅੰਤਰਿਕਸ਼ ਦਾ ਅੰਤ ਕਿੱਥੇ ਹੈ? ਧਰਤੀ ਦਾ ਦੂਜੇ ਗ੍ਰਹਿਆਂ ਨਾਲ ਕੀ ਸੰਬੰਧ ਹੈ? ਦੇ ਖੰਡ ਨੂੰ ਸਭ ਤੋਂ ਛੋਟਾ ਮੰਨਿਆ ਜਾਵੇ ਤਾਂ ਉਸਦੀ ਤੁਲਨਾ ਵਿੱਚ ਇਹ ਵਿਰਾਟ ਕਿੰਨਾ ਵੱਡਾ ਹੈ? ਇਹ ਗਣਿਤ ਦੀ ਜਾਂ ਜਲਪਣਾ ਖੇਤਰ ਵਿੱਚ ਕਿਵੇਂ ਸਮਾ ਸਕੇਗਾ? ਇਹ ਸਾਰੇ ਪ੍ਰਸ਼ਨਾਂ ਦੇ ਉੱਤਰ ਲੈ ਕੇ ਇਸ ਪੁਸਤਕ ਵਿੱਚ ਵਿਗਿਆਨਕ ਢੰਗ ਤੋਂ ਤਰਕ ਸਪਸ਼ਟ ਕੀਤਾ ਗਿਆ ਹੈ ਕਿ ਇਹ ਸ੍ਰਿਸ਼ਟੀ ਪੂਰਨ ਤੌਰ ਤੇ ਨਿਯੰਤਰਿਤ ਹੈ। ਜੇਕਰ ਉਸ ਵਿੱਚ ਥੋੜਾ ਵੀ ਹੇਰ-ਫੇਰ ਹੋ ਜਾਵੇ ਤਾਂ ਅਨਰਥ ਹੋ ਜਾ ਸਕਦਾ ਹੈ। ਪੁਸਤਕ ਦੇ ਕੁਝ ਅੰਸ਼। ਸਾਡੇ ਵਿਸ਼ਵ ਬ੍ਰਹਮਾਂਡ ਤੋਂ ਇਲਾਵਾ ਇੱਕ ਹੋਰ ਵੀ ਸੰਸਾਰ ਹੈ ਜੋ ਭੌਤਿਕ ਪਦਾਰਥਾਂ ਦੇ ਵਿਰੋਧੀ ਤੱਤਾਂ ਤੋਂ ਬਣਿਆ ਹੋਇਆ ਹੈ। ਭੌਤਿਕ ਤੱਤਾਂ ਤੋਂ ਬਣੇ ਆਪਣੇ ਸੰਸਾਰ ਨੂੰ ਕਾਸਮਾਸ ਕਿਹਾ ਜਾਂਦਾ ਹੈ ਅਤੇ ਵਿਰੋਧੀ ਤੱਤਾਂ ਜਾਂ ਵਿਰੋਧੀ ਪ੍ਰਥਾ ਤੋਂ ਬਣੇ ਸੰਸਾਰ ਨੂੰ ਐਂਟੀ ਕਾਸਮਾਸ ਨਾਮ ਦਿੱਤਾ ਗਿਆ ਹੈ। ਪਦਾਰਥ ਅਤੇ ਜੀਵ ਦੀ ਪ੍ਰਗਤੀ ਦਾ ਇਤਿਹਾਸ ਜਿਸ ਕਾਗਜ਼, ਕਲਮ ਅਤੇ ਸਿਆਹੀ ਨਾਲ ਲਿਖਿਆ ਗਿਆ, ਉਸਨੂੰ ਇੱਛਾ, ਸਾਹਸ ਅਤੇ ਸਹਿਯੋਗ ਦੇ ਰੂਪ ਵਿੱਚ ਮੰਨਿਆ ਜਾ ਸਕਦਾ ਹੈ। ਇੱਛਾ ਨੂੰ ਹੀ ਸਤੀ, ਸਹਿਯੋਗ ਨੂੰ ਰਜ ਅਤੇ ਸਾਹਸ ਨੂੰ ਤਮ ਕਹਿੰਦੇ ਹਨ। ਸੰਤ ਸਿਧਾਂਤ ਅਜਿਹੇ ਹਨ ਜੋ ਵਿਅਕਤੀ ਬ੍ਰਹਮਾਂਡ ਸਾਰਿਆਂ ਨੂੰ ਸਮਾਨ ਰੂਪ ਤੋਂ ਪ੍ਰੇਰਨਾ ਦਿੰਦੇ ਅਤੇ ਸੰਤੁਲਨ ਰੱਖਦੇ ਹਨ ਅਤੇ ਪ੍ਰਗਤੀ ਮਾਰਗ ਤੋਂ ਅੱਗੇ ਵਧਾਉਂਦੇ ਹਨ। ਉਹ ਹਨ ਸਹਿਯੋਗ, ਸੰਘਰਸ਼, ਤਾਲਮੇਲ, ਕਾਰਜਸ਼ੀਲਤਾ, ਅਨੁਸ਼ਾਸਨ, ਗਤੀਵਿਧੀਆਂ, ਏਕਤਾ। ਇਹੀ ਜੜ ਚੇਤਨ ਦੇ ਸੰਤੁਲਨ ਅਤੇ ਪ੍ਰਗਤੀ ਦੇ ਮੂਲ ਕਾਰਨ ਹਨ। ਸ਼ਿਵ ਸ਼ਕਤੀ ਦੀ, ਪ੍ਰਕਿਰਤੀ ਦੀ, ਜੜ ਚੇਤਨ ਦੀ, ਜੀਵ ਬ੍ਰਹਮ ਦੀ ਇੱਕ ਰੂਪਤਾ 7ਵੇਂ ਆਯਾਮ ਵਿੱਚ ਦਿਖਾਈ ਦੇਣ ਲੱਗਦੀ ਹੈ। ਇਸ ਨੂੰ ਬ੍ਰਾਹਮੀ ਅਵਸਥਾ ਕਹਿੰਦੇ ਹਨ। 7ਵੇਂ ਆਯਾਮ ਦਾ ਹੀ ਵਰਣਨ 7 ਲੋਕ ਦੇ ਰੂਪ ਵਿੱਚ ਕੀਤਾ ਗਿਆ ਹੈ। ਜਿਨ੍ਹਾਂ ਵਿਚਾਰਾਂ ਦਾ ਚੱਕਰ ਜਿੰਨਾ ਜ਼ਿਆਦਾ ਹੁੰਦਾ ਹੈ, ਉਹ ਉਨੇ ਹੀ ਸੂਖਮ ਸਮਰਥ ਹੁੰਦੇ ਜਾਂਦੇ ਹਨ। ਉਹਨਾਂ ਦੀਆਂ ਤਰੰਗਾਂ ਆਈਡੋਸਫੀਅਰ ਵਿੱਚ ਮੌਜੂਦ ਰਹਿੰਦੀਆਂ ਅਤੇ ਆਪਣੀਆਂ ਪ੍ਰੇਰਨਾਵਾਂ ਸੰਚਾਰਿਤ ਕਰਦੀਆਂ ਰਹਿੰਦੀਆਂ ਹਨ। ਉਹ ਤਰੰਗਾਂ ਕਈ ਕਿਸਮ ਦੀਆਂ ਹੁੰਦੀਆਂ ਹਨ। ਸਾਰੀਆਂ ਸੂਖਮ ਵਾਤਾਵਰਣ ਵਿੱਚ ਪ੍ਰਵਾਹਿਤ ਹੁੰਦੀਆਂ ਰਹਿੰਦੀਆਂ ਹਨ। ਪ੍ਰਯੋਗ ਹੋਣ ਤੇ, ਦੁਹਰਾਉਣ ਤੇ ਜਾਂ ਨਾ ਹੋਣ ਤੇ ਉਹਨਾਂ ਦਾ ਸਮਰਥ ਵੱਧਦੀ ਘਟਦੀ ਰਹਿੰਦੀ ਹੈ, ਪਰ ਖਤਮ ਕਦੇ ਨਹੀਂ ਹੁੰਦੀ ਹੈ। ਭੌਤਿਕ ਜਗਤ ਨਾਲ ਜੁੜੀਆਂ ਬਾਇਓਸਫੀਅਰ ਵਰਗੀਆਂ ਪਰਤਾਂ ਤੋਂ ਇਲਾਵਾ ਇੱਕ ਸੂਖਮ ਪਰਤ ਵੀ ਮੌਜੂਦ ਹੈ। ਇਸ ਦਾ ਨਾਂ ਹੈ ਆਈਡੋਸਫੀਅਰ। ਪੁਸਤਕ ਦੇ ਕੁਝ ਬਿੰਦੂ। ਅਨਕੜ ਤੋਂ ਵਿਕਸਿਤ ਹੋਏ ਬ੍ਰਹਮਾਂਡ ਦੀ ਮੂਲ ਵਿਆਖਿਆ। ਮੁੜ ਆਪਣੇ ਸੌਰ ਮੰਡਲ ਦੀ ਚਰਚਾ ਤੇ ਆਓ। ਉਸ ਪਰਮ ਸੱਤਾ ਦੇ ਵਿਰਾਟ ਦੀ ਇੱਕ ਝਾਂਕੀ। ਨਿਰੰਤਰ ਗਤੀਸ਼ੀਲ ਸਾਡਾ ਬ੍ਰਹਮੰਡੀ ਪਰਿਵਾਰ। ਇਸ ਵਿਰਾਟ ਜਗਤ ਵਿੱਚ ਮਨੁੱਖ ਦੀ ਹਸਤੀ ਕੀ ਹੈ? ਬ੍ਰਾਹਮੀ ਚੇਤਨਾ ਦੇ ਵੱਖ-ਵੱਖ ਆਯਾਮ।